ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀਡੀਓ ਮੈਂ ਇਤਿਹਾਸ ਦੇ ਇੱਕ ਅਹਿਮ ਕਾਂਡ ਬਾਰੇ ਜਾਣਕਾਰੀ ਦੇਣ ਲਈ ਰਿਕਾਰਡ ਕਰ ਰਿਹਾ ਹਾਂ। ਇਸ ਅਹਿਮ ਕਾਂਡ ਦੇ ਬਾਰੇ ਸਿੱਖ ਬੱਚਿਆਂ ਨੂੰ, ਨੌਜਵਾਨਾਂ ਨੂੰ ਬਹੁਤ ਘੱਟ ਜਾਣਕਾਰੀ ਹੈ ਅਤੇ ਇਹ ਹੈ ਸਾਰਾਗੜ੍ਹੀ ਦੀ ਉਹ ਲੜਾਈ ਜਿਸ ਦੇ ਵਿੱਚ 21 ਸਿੱਖ ਨੌਜਵਾਨ ਸਿਪਾਹੀਆਂ ਨੇ ਤਕਰੀਬਨ 14,000 ਕਬਾਇਲੀਆਂ ਦਾ ਮੁਕਾਬਲਾ ਕੀਤਾ ਸੀ। ਇਹ ਲੜਾਈ ਸਾਰਾਗੜ੍ਹੀ ਦੇ ਨਾਂ ਕਰਕੇ ਜਾਣੀ ਜਾਂਦੀ ਹੈ, ਲੇਕਿਨ ਸਾਨੂੰ ਪਤਾ ਨਹੀਂ ਹੈ ਕਿ ਸਾਰਾਗੜ੍ਹੀ ਕਿਹੜੇ ਇਲਾਕੇ ਦੇ ਵਿੱਚ ਹੈ ਤੇ ਇਸ ਲੜਾਈ ਦਾ ਸਾਰ ਕੀ ਹੈ। ਸੋ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਸਾਰਾਗੜ੍ਹੀ ਪਾਕਿਸਤਾਨ ਦੇ ਅੱਜ ਦਾ ਜਿਹੜਾ ਪਾਕਿਸਤਾਨ ਹੈ ਇਸ ਦੇ ਵਿੱਚ ਸਮਾਣਾ ਰੇਂਜ ਦੀਆਂ ਪਹਾੜੀਆਂ ਦੇ ਵਿੱਚ ਕੋਹਾਟ ਜ਼ਿਲ੍ਹੇ ਦਾ ਇੱਕ ਪਿੰਡ ਹੈ। ਪਹਾੜੀ ਦੇ ਉੱਤੇ ਵਸਿਆ ਹੋਇਆ ਅਤੇ ਜਦੋਂ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸੀ ਤਾਂ ਉਦੋਂ ਇਸ ਇਲਾਕੇ ਨੂੰ ਕਾਬੂ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਵਿੱਚ ਕਿਲਿਆਂ ਦੀਆਂ ਲਾਈਨਾਂ ਵਿਛਾਈਆਂ ਹੋਈਆਂ ਸਨ, ਜਿਨ੍ਹਾਂ ਦੇ ਵਿੱਚ ਸਿੱਖ ਫੌਜਾਂ ਰਹਿੰਦੀਆਂ ਸਨ ਅਤੇ ਇਲਾਕੇ ਨੂੰ ਕਾਬੂ ਕਰਦੀਆਂ ਸਨ ਅਤੇ ਉਹਨਾਂ ਕਿਲਿਆਂ ਦੀ ਹੀ ਵਰਤੋਂ ਅੰਗਰੇਜ਼ਾਂ ਨੇ ਵੀ ਕੀਤੀ। ਜਦੋਂ ਅੰਗਰੇਜ਼ਾਂ ਨੇ ਇਸ ਇਲਾਕੇ ਨੂੰ ਆਪਣੇ ਅਧੀਨ ਰੱਖਿਆ ਤਾਂ ਉਹਨਾਂ ਨੇ ਇਹਨਾਂ ਕਿਲਿਆਂ ਦੀ ਵਰਤੋਂ ਕੀਤੀ। ਸੋ ਇਸ ਇਲਾਕੇ ਵਿੱਚ ਦੋ ਕਿਲੇ ਹਨ, ਇੱਕ ਦਾ ਨਾਂ ਹੈ ਗੁਲਿਸਤਾਨ ਅਤੇ ਦੂਜੇ ਦਾ ਨਾਂ ਹੈ ਲੋਕਹਰਟ ਅਤੇ ਇਹ ਦੋਨੋਂ ਕਿਲੇ 7-8 ਕਿਲੋਮੀਟਰ ਦੀ ਦੂਰੀ ਤੇ ਹਨ, ਪਹਾੜੀਆਂ ਦੇ ਉੱਤੇ ਬਣੇ ਹੋਏ ਹਨ, ਪਰ ਇੱਕ ਦੂਜੇ ਤੋਂ ਓਹਲੇ ਹਨ, ਇੱਕ ਦੂਜੇ ਤੋਂ ਦਿਖਾਈ ਨਹੀਂ ਦਿੰਦੇ ਅਤੇ ਇਹਨਾਂ ਦੋਨਾਂ ਕਿਲਿਆਂ ਦੇ ਵਿਚਕਾਰ ਸੰਪਰਕ ਸਥਾਪਿਤ ਕਰਨ ਲਈ ਇੱਕ ਪੋਸਟ ਬਣੀ ਹੋਈ ਹੈ ਪਿੰਡ ਸਾਰਾਗੜ੍ਹੀ ਦੇ ਵਿੱਚ। ਛੋਟੀ ਜਿਹੀ ਆਰਮੀ ਦੀ ਪੋਸਟ ਹੈ ਅਤੇ ਇਸ ਪੋਸਟ ਤੋਂ ਦੋਨਾਂ ਕਿਲਿਆਂ ਦੇ ਵਿਚਕਾਰ ਸੰਪਰਕ ਸਥਾਪਿਤ ਕੀਤਾ ਜਾਂਦਾ ਅਤੇ ਉੱਥੋਂ ਇਹ ਦੋਨੋਂ ਕਿਲੇ ਦਿਖਾਈ ਦਿੰਦੇ ਆ। ਅਤੇ 12 ਸਤੰਬਰ 1897 ਦਾ ਦਿਨ ਸੀ ਜਦੋਂ ਇਹ ਲੜਾਈ ਹੋਈ ਹੈ ਸਾਰਾਗੜ੍ਹੀ ਦੀ। ਇਸ ਦੇ ਵਿੱਚ ਇੱਕ ਪਾਸੇ ਸਿੱਖ ਫੌਜੀ ਸਨ, ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਦੇ ਥੱਲੇ 21 ਗਿਣਤੀ ਸੀ, 21 ਸਿਪਾਹੀ ਸਨ ਇਹ, ਅਤੇ ਦੂਜੇ ਪਾਸੇ ਤਕਰੀਬਨ 10,000 ਪਸ਼ਤੂਨ ਕਬਾਇਲੀ, ਉਹਨਾਂ ਤੋਂ ਬਿਨਾਂ ਔਰਕਜ਼ਈ ਅਤੇ ਕੁਝ ਹੋਰ ਲੋਕ ਜਿਹੜੇ ਆ ਕਬਾਇਲੀ ਵੱਖ-ਵੱਖ ਕਬੀਲਿਆਂ ਦੇ ਨਾਲ ਸੰਬੰਧਿਤ ਤਕਰੀਬਨ 12,000 ਤੋਂ ਲੈ ਕੇ 14,000 ਤੱਕ ਦੀ ਗਿਣਤੀ ਸੀ ਅਤੇ ਗੁਲ ਬਾਦਸ਼ਾਹ ਉਹਨਾਂ ਦੇ ਕਮਾਂਡਰ ਦਾ ਨਾਮ ਸੀ ਅਤੇ ਉੱਥੇ ਇਹ ਲੜਾਈ ਹੋਈ ਸਾਰਾਗੜ੍ਹੀ ਦੇ ਇਸ ਪੋਸਟ ਦੇ ਵਿੱਚ, ਜਦਕਿ ਇੱਕ ਪਾਸੇ 21 ਦੇ 21 ਸਿਪਾਹੀ ਸ਼ਹਾਦਤ ਦਾ ਜਾਮ ਪੀ ਗਏ ਅਤੇ ਦੂਜੇ ਪਾਸੇ ਤਕਰੀਬਨ 600 ਦੀ ਗਿਣਤੀ ਵਿੱਚ ਇਹਨਾਂ ਨੇ ਕਬਾਇਲੀਆਂ ਦਾ ਉੱਥੇ ਕਤਲ ਕੀਤਾ। ਕਬਾਇਲੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਇਸ ਮੁਹਿੰਮ ਦੇ ਵਿੱਚ ਅਤੇ ਇਹ ਲੜਾਈ ਜਿਹੜੀ ਹੈ ਇਸ ਦਾ ਜਿਹੜਾ ਇਹਨਾਂ ਸਿਪਾਹੀਆਂ ਦਾ ਜਿਹੜਾ ਕਮਾਂਡਰ ਸੀ ਜਾਂ ਕਹਿ ਲਈਏ ਉਹ ਸੀਗਾ ਹਵਾਲਦਾਰ ਈਸ਼ਰ ਸਿੰਘ ਅਤੇ 20 ਹੋਰ ਨੌਜਵਾਨ ਸਨ ਅਤੇ ਸਰਦਾਰ ਗੁਰਮੁਖ ਸਿੰਘ ਉੱਥੇ ਸਿਗਨਲ ਕੋਰ ਦਾ ਸਿਪਾਹੀ ਸੀ ਜਿਹੜਾ ਕਿ ਕਮਿਊਨੀਕੇਟ ਕਰ ਰਿਹਾ ਸੀ ਦੋਨਾਂ ਕਿਲਿਆਂ ਦੇ ਵਿਚਕਾਰ। ਅਤੇ ਸਵੇਰ ਦੇ 9 ਵਜੇ 12 ਸਤੰਬਰ ਨੂੰ ਜਦੋਂ ਕਬਾਇਲੀਆਂ ਨੇ ਇਸ ਗੜ੍ਹੀ ਦੇ ਉੱਤੇ ਹਮਲਾ ਕੀਤਾ ਤਾਂ ਸਰਦਾਰ ਗੁਰਮੁਖ ਸਿੰਘ ਨੇ ਜਿਹੜਾ ਸਿਗਨਲ ਕੋਰ ਤੇ ਸੀ ਉਸ ਨੇ ਲੋਕਹਾਲਟ ਕਿਲੇ ਦੇ ਵਿੱਚ ਕਰਨਲ ਹੌਟਨ ਜਿਹੜਾ ਤਾਇਨਾਤ ਸੀ ਉਸ ਨੂੰ ਖਬਰ ਕੀਤੀ ਕਿ ਸਾਡੇ ਉੱਤੇ ਹਮਲਾ ਹੋ ਚੁੱਕਾ ਹੈ, ਸਾਡੀ ਤੁਸੀਂ ਮਦਦ ਕਰੋ। ਤਾਂ ਕਰਨਲ ਹੌਟਨ ਨੇ ਉਸੇ ਵੇਲੇ ਦੱਸ ਦਿੱਤਾ ਕਿ ਮੈਂ ਕੋਈ ਇਮੀਡੀਏਟ ਮਦਦ ਨਹੀਂ ਦੇ ਸਕਦਾ, ਸੋ ਤੁਸੀਂ ਪੋਸਟ ਨੂੰ ਛੱਡ ਕੇ ਪਿੱਛੇ ਆ ਜਾਓ। ਅਤੇ ਜਦੋਂ ਸਰਦਾਰ ਈਸ਼ਰ ਸਿੰਘ ਨੇ ਆਪਣੇ ਬਹਾਦਰ ਸਿਪਾਹੀਆਂ ਦੇ ਨਾਲ ਇਹਦੇ ਬਾਰੇ ਗੱਲਬਾਤ ਕੀਤੀ ਹੈ ਤਾਂ ਸਾਰੇ ਸਿਪਾਹੀਆਂ ਨੇ ਇਕਮੁੱਠ ਹੋ ਕੇ ਕਿਹਾ ਕਿ ਅਸੀਂ ਆਪਣੇ ਜਿਉਂਦੇ ਜੀ ਇਸ ਪੋਸਟ ਤੋਂ ਪੈਰ ਪਿੱਛੇ ਨਹੀਂ ਹਟਣਾ, ਅਸੀਂ ਇਸ ਪੋਸਟ ਦੀ ਰਾਖੀ ਲਈ ਇੱਥੇ ਲੜਾਂਗੇ, ਅੰਤਮ ਦਮ ਤੱਕ ਸ਼ਹੀਦ ਹੋਵਾਂਗੇ। ਅਤੇ ਇਹ ਫੈਸਲਾ ਸੁਣਾ ਕੇ ਸਾਰਿਆਂ ਨੇ ਬੋਲੇ ਸੋਨੇ ਹਲ ਦੇ ਜਕਾਰੇ ਛੱਡ ਕੇ ਤਾਇਨਾਤ ਹੋ ਗਏ, ਆਪੋ ਆਪਣੀਆਂ ਪੋਜੀਸ਼ਨਾਂ ਲੈ ਲਈਆਂ। ਸਵੇਰ ਦੇ 9 ਵਜੇ ਕਬਾਇਲੀਆਂ ਨੇ ਹਮਲਾ ਕਰ ਦਿੱਤਾ ਅਤੇ ਗਹਿ-ਗੱਚ ਲੜਾਈ ਸ਼ੁਰੂ ਹੋ ਗਈ। ਸਰਦਾਰ ਗੁਰਮੁਖ ਸਿੰਘ ਬਾਰ-ਬਾਰ ਆਪਣੇ ਸਿਗਨਲ ਦੇ ਰਾਹੀਂ ਇਸ ਲੜਾਈ ਦਾ ਸਾਰਾ ਵੇਰਵਾ ਜਿਹੜਾ ਕਰਨਲ ਹੌਟਨ ਤੱਕ ਪਹੁੰਚਾਉਂਦਾ ਰਿਹਾ ਤੇ ਕਰਨਲ ਹੌਟਨ ਨੂੰ ਸਾਰੇ ਅਸਲੀ ਵੇਰਵੇ ਇਸ ਲੜਾਈ ਦੇ ਉਹਨਾਂ ਨੂੰ ਪਤਾ ਹੈ। ਸਵੇਰ ਦੇ 9 ਵਜੇ ਇਹ ਲੜਾਈ ਸ਼ੁਰੂ ਹੋਈ ਅਤੇ ਬਾਰ-ਬਾਰ ਗੜ੍ਹੀ ਦੇ ਦਰਵਾਜ਼ਿਆਂ ਦੇ ਉੱਤੇ ਹਮਲਾ ਕਰਨ ਦਾ ਜਿਹੜਾ ਕਬਾਇਲੀਆਂ ਦਾ ਯਤਨ ਸੀ ਇਹ ਇਹਨਾਂ ਸਿੱਖ ਫੌਜੀਆਂ ਨੇ ਨਾਕਾਮ ਕੀਤਾ। ਕਈ ਵਾਰ ਕਬਾਇਲੀਆਂ ਨੇ ਗੜ੍ਹੀ ਦਾ ਗੇਟ ਤੋੜ ਕੇ ਅੰਦਰ ਲੰਘ ਕੇ ਲੜਨ ਦਾ ਯਤਨ ਕੀਤਾ, ਪਰ ਹਰ ਵਾਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਪਿੱਛੇ ਨੱਸਣਾ ਪਿਆ। ਅਖੀਰ ਨੂੰ ਉਹਨਾਂ ਨੇ ਇੱਕ ਸਕੀਮ ਬਣਾਈ ਕਿ ਇੱਕ ਮੰਜੇ ਨੂੰ ਜਾਂ ਮੰਜੀ ਕਹਿ ਲਈਏ ਜਾਂ ਮੰਜਾ ਕਹਿ ਲਈਏ ਉਸ ਨੂੰ ਖੜਾ ਕਰਕੇ ਉਸ ਦੇ ਪਾਵਿਆਂ ਦੇ ਉੱਤੇ ਫੱਟਾ ਰੱਖ ਲਿਆ ਅਤੇ ਫੱਟੇ ਦੇ ਉੱਤੇ ਉਹਨਾਂ ਨੇ ਛੋਟੇ-ਛੋਟੇ ਰੇਤ ਦੇ ਥੈਲੇ ਚਿਣ ਲਏ ਅਤੇ ਇੱਕ ਤਰ੍ਹਾਂ ਦਾ ਇਹ ਮੋਰਚਾ ਬਣਾ ਲਿਆ। ਉਸ ਦੀ ਆੜ ਦੇ ਵਿੱਚ ਓਹਲੇ ਹੋ ਕੇ ਇਸ ਮੰਜੀ ਨੂੰ ਹੌਲੀ-ਹੌਲੀ ਗਾਂਹ ਖਿਸਕਾਉਂਦੇ ਗਏ ਅਤੇ ਇਸ ਦੀ ਆੜ ਦੇ ਵਿੱਚ ਅੱਗੇ ਵਧਦੇ ਗਏ। ਇਸ ਤਰ੍ਹਾਂ ਉਹਨਾਂ ਨੇ ਜਿਹੜਾ ਇਹ ਪੋਸਟ ਦੇ ਦਰਵਾਜ਼ੇ ਤੱਕ ਚਲੇ ਗਏ ਅਤੇ ਪੋਸਟ ਦਾ ਦਰਵਾਜ਼ਾ ਤੋੜ ਕੇ ਅੰਦਰ ਵੜ ਕੇ ਫਿਰ ਹੱਥੋਂ-ਹੱਥੀ ਗਹਿ-ਗੱਚ ਲੜਾਈ ਹੋਈ ਅਤੇ ਤਕਰੀਬਨ ਬੜੇ ਘਮਸਾਨ ਦਾ ਇਹ ਯੁੱਧ ਹੋਇਆ
ਅਤੇ ਇਸ ਘਮਸਾਨ ਦੇ ਯੁੱਧ ਵਿੱਚ ਹੱਥੋਂ ਹੱਥੀ ਲੜਾਈ ਦੇ ਵਿੱਚ 21 ਦੇ 21 ਜਿਹੜੇ ਸਿੱਖ ਫੌਜੀ ਸਨ ਇਹ ਸ਼ਹੀਦ ਹੋ ਗਏ, ਜਦਕਿ ਜਦੋਂ ਬਾਅਦ ਦੇ ਵਿੱਚ ਕਿਲਾ ਲੋਖਟ ਤੋਂ ਉੱਥੇ ਫੋਰਸਾਂ ਪਹੁੰਚੀਆਂ ਤੇ ਉਹਨਾਂ ਨੇ ਜਾ ਕੇ ਗਿਣਤੀ ਕੀਤੀ ਤਕਰੀਬਨ 600 ਦੇ ਜਿਹੜਾ ਪਸ਼ਤੂਨ ਕਬਾਇਲੀ ਸਿਪਾਹੀ ਸਨ ਉਹਨਾਂ ਦੀ ਗਿਣਤੀ ਜਿਹੜੇ ਉੱਥੇ ਸ਼ਹੀਦ ਹੋਏ ਸਨ ਉਹਨਾਂ ਦੀ ਗਿਣਤੀ 600 ਦੇ ਲਗਭਗ ਸੀ। ਅਤੇ ਇਸ ਲੜਾਈ ਦੇ ਵਿੱਚ ਸਭ ਤੋਂ ਬਾਅਦ ਦੇ ਵਿੱਚ ਸ਼ਹੀਦ ਹੋਣ ਵਾਲਾ ਗੁਰਮੁਖ ਸਿੰਘ ਜਦੋਂ ਇਹ ਸ਼ਹੀਦ ਹੋਇਆ ਬੋਲੇ ਸੋਨੇਹਾਲ ਦੇ ਜਕਾਰੇ ਗਜਾਉਂਦਾ ਹੋਇਆ ਤਾਂ ਇਸ ਦੇ ਲਾਗੇ 20 ਪਸ਼ਤੂਨਾਂ ਦੀਆਂ ਲਾਸ਼ਾਂ ਪਈਆਂ ਸਨ ਜਿਨ੍ਹਾਂ ਨੂੰ ਇਸ ਨੇ ਕਤਲ ਕੀਤਾ ਸੀ। ਅਤੇ ਇਹ ਇੱਕ ਬਹੁਤ ਹੀ ਅਹਿਮ ਕਾਂਡ ਸੀ ਜਿਸ ਦਾ ਸਾਰੇ ਇਨਸਾਨਾਂ ਨੂੰ ਔਰ ਖਾਸ ਤੌਰ ਤੇ ਸਿੱਖ ਬੱਚੇ ਬੱਚੀਆਂ ਨੂੰ ਨੌਜਵਾਨਾਂ ਨੂੰ ਤਾਂ ਜ਼ਰੂਰ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਸਾਰੇ ਜਿਹੜੇ ਨੌਜਵਾਨ ਸਨ ਇਹ ਸਿੱਖ ਸਿਪਾਹੀ ਸਨ ਅਤੇ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚੋਂ ਸਨ। ਇਸ ਲੜਾਈ ਦੀ ਗੂੰਜ ਬ੍ਰਿਟਿਸ਼ ਦੀ ਪਾਰਲੀਮੈਂਟ ਦੇ ਵਿੱਚ ਇੰਗਲੈਂਡ ਦੇ ਵਿੱਚ ਗੂੰਜੀ, ਇਸ ਦੀ ਗੱਲ ਚੱਲੀ ਅਤੇ ਇਸ ਦੀ ਲੜਾਈ ਦੇ ਵਿੱਚ ਦਿਖਾਈ ਗਈ ਬਹਾਦਰੀ ਦੇ ਸੋਹਲੇ ਪਾਰਲੀਮੈਂਟ ਦੇ ਵਿੱਚ ਗਾਏ ਗਏ ਅਤੇ ਪਾਰਲੀਮੈਂਟ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਜਿਸ ਫੌਜ ਦੇ ਵਿੱਚ ਸਿੱਖਾਂ ਵਰਗੀ ਸਿਪਾਹੀ ਹਨ ਇਹ ਫੌਜ ਕਦੇ ਵੀ ਹਾਰ ਦਾ ਨਾਂ ਨਹੀਂ ਹਾਰ ਨਹੀਂ ਸਕਦੀ, ਕਦੇ ਵੀ ਇਸ ਨੂੰ ਹਾਰ ਨਹੀਂ ਵੇਖਣੀ ਪਵੇਗੀ। ਅਤੇ ਫੀਲਡ ਮਾਰਸ਼ਲ ਵਿਲੀਅਮ ਜੋਸਫ ਨੇ ਵੀ ਕਿਹਾ ਕਿ ਜਿਹੜੇ ਸਿੱਖ 21 ਦੀ ਗਿਣਤੀ ਦੇ ਵਿੱਚ ਸਿੱਖ ਸਿਪਾਹੀ ਜਿਨ੍ਹਾਂ ਨੇ ਜਾਮੇ ਸ਼ਹਾਦਤ ਪੀਤੀ ਹੈ ਸਾਨੂੰ ਸਦਾ ਹੀ ਉਹਨਾਂ ਦੇ ਉੱਤੇ ਮਾਣ ਰਹੇਗਾ। ਅਤੇ ਬ੍ਰਿਟਿਸ਼ ਪਾਰਲੀਮੈਂਟ ਨੇ ਉਸ ਵੇਲੇ ਜਿਹੜਾ ਇੰਡੀਅਨ ਆਰਡਰ ਆਫ ਮੈਰਿਟ ਜਿਹੜਾ ਕਿ ਕਿਸੇ ਵੇਲੇ ਵਿਕਟੋਰੀਆ ਕ੍ਰਾਸ ਦੇ ਜਾਂ ਅੱਜ ਕੱਲ੍ਹ ਦੇ ਪਰਮਵੀਰ ਚੱਕਰ ਦੇ ਬਰਾਬਰ ਦਾ ਸਨਮਾਨ ਹੈ, ਇਹ ਸਨਮਾਨ ਇਹਨਾਂ 21 ਸਿਪਾਹੀਆਂ ਨੂੰ ਦਿੱਤਾ ਅਤੇ ਉਹਨਾਂ ਦੀ ਯਾਦ ਦੇ ਵਿੱਚ ਬ੍ਰਿਟਿਸ਼ ਨੇ 2 ਕਿਲੇ ਉਸਾਰੇ, ਇੱਕ ਕਿਲਾ ਗੁਰਦੁਆਰਿਆਂ ਦੀ ਉਸਾਰੀ ਕੀਤੀ। ਸੋ ਇੱਕ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਹੈ, ਇਸ ਦੀ ਉਸਾਰੀ ਅੰਗਰੇਜ਼ਾਂ ਨੇ ਕੀਤੀ ਅਤੇ ਦੂਜਾ ਗੁਰਦੁਆਰਾ ਬ੍ਰਿਟਿਸ਼ ਸਰਕਾਰ ਨੇ ਹੀ ਫਿਰੋਜ਼ਪੁਰ ਦੀ ਕੈਂਟੋਨਮੈਂਟ ਦੇ ਵਿੱਚ ਉਸਾਰਿਆ, ਕਿਉਂਕਿ ਇਹ ਨੌਜਵਾਨ ਜਿਹੜੇ ਬਹੁਤੇ ਆ ਇਹ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚੋਂ ਸਨ। ਫਿਰੋਜ਼ਪੁਰ ਦੀ ਛਾਉਣੀ ਦੇ ਵਿੱਚ ਇੱਕ ਕਿਲਾ ਉਸਾਰਿਆ ਗਿਆ ਇਹਨਾਂ ਦੀ ਯਾਦ ਦੇ ਵਿੱਚ। ਸੋ ਇਹ ਸੀ ਸਾਰਾਗੜ੍ਹੀ ਦੀ ਲੜਾਈ ਅਤੇ ਯੂਨੈਸਕੋ ਨੇ ਆਪਣੀ ਕਿਤਾਬ ਦੇ ਵਿੱਚ ਦੁਨੀਆ ਦੀਆਂ 8 ਬਹਾਦਰੀ ਦੀਆਂ ਸ੍ਰੇਸ਼ਟ ਕਹਾਣੀਆਂ ਦੇ ਵਿੱਚੋਂ ਇੱਕ ਜਿਹੜੀ ਗਾਥਾ ਹੈ ਉਹ ਸਾਰਾਗੜ੍ਹੀ ਦੀ ਕਹਾਣੀ ਲੜਾਈ ਦੀ ਹੈ ਅਤੇ ਇਸ ਦਾ ਮੁਕਾਬਲਾ 480 BC ਦੇ ਵਿੱਚ ਥਰਮੋਪਾਇਲ ਦੀ ਲੜਾਈ ਦੇ ਨਾਲ ਮੁਕਾਬਲਾ ਕੀਤਾ ਗਿਆ, ਜਿਸ ਦੇ ਵਿੱਚ 300 ਸਪਾਰਟਨਜ਼ ਜਿਹੜੇ ਗ੍ਰੀਕ ਸਨ ਉਹਨਾਂ ਨੇ ਪਰਸ਼ੀਆ ਦੇ ਰਾਜੇ ਦੀ ਲੱਖਾਂਤਰ ਨਹੀਂ ਕਹਿ ਲਈਏ ਤਕਰੀਬਨ 50,000 ਦੀ ਫੌਜ ਦੇ ਕਰੀਬ ਉਹਨਾਂ ਨੇ ਮੁਕਾਬਲਾ ਕੀਤਾ ਸੀ। ਉਸ ਥਰਮੋਪਾਇਲ ਦੀ ਲੜਾਈ ਦੇ ਵਿੱਚ 300 ਦਾ 3 ਸਪਾਰਟਨ ਜਿਹੜਾ ਇਹ ਸ਼ਹੀਦ ਹੋ ਗਿਆ ਸੀ ਅਤੇ ਉਹਨਾਂ ਦੀ ਬਰਾਬਰੀ ਇਸ ਲੜਾਈ ਦੇ ਨਾਲ ਕੀਤੀ ਜਾਂਦੀ ਹੈ। ਇਸ ਮੁੱਦੇ ਤੋਂ ਕਿਉਂਕਿ ਉਹ ਸਪਾਰਟਨ ਜਿਹੜਾ 300 ਸਪਾਰਟਨ ਸੀ ਉਸ ਨੇ ਲੜਾਈ ਦੇ ਵਿੱਚੋਂ ਦੁਸ਼ਮਣ ਦੀ ਗਿਣਤੀ ਆਪਣੇ ਨਾਲੋਂ ਸੈਂਕੜੇ ਗੁਣਾ ਵੱਡੀ ਜਾਣ ਕੇ ਵੀ ਪੈਰ ਪਿੱਛੇ ਹਟਾਉਣਾ ਮੁਨਾਸਬ ਨਹੀਂ ਸੀ ਸਮਝਿਆ ਅਤੇ ਇੱਕ ਸਿਪਾਹੀ ਉਹਨਾਂ ਦਾ ਮੈਦਾਨ ਵਿੱਚ ਸ਼ਹੀਦ ਹੋਇਆ ਸੀ। ਤਕਰੀਬਨ ਉਸੇ ਮੁਕਾਬਲਾ ਇਸ ਸਾਰਾਗੜ੍ਹੀ ਦੀ ਲੜਾਈ ਦਾ ਵੀ ਕੀਤਾ ਜਾਂਦਾ ਕਿ ਇਸ ਦੇ ਵਿੱਚ ਵੀ 21 ਨੌਜਵਾਨਾਂ ਵਿੱਚੋਂ ਜਿਨ੍ਹਾਂ ਦਾ ਮੁਕਾਬਲਾ ਤਕਰੀਬਨ 14,000 ਦੇ ਕਬਾਇਲੀਆਂ ਦੇ ਨਾਲ ਹੋਇਆ ਔਰ ਗਿਣਤੀ ਇੰਨੀ ਅਸਾਮੀ ਸੀ ਪਰ ਇਹਨਾਂ ਨੇ ਫਿਰ ਵੀ ਪੈਰ ਪਿੱਛੇ ਹਟਾਉਣਾ ਮੁਨਾਸਬ ਨਹੀਂ ਸਮਝਿਆ ਅਤੇ ਲੜ ਕੇ ਅੰਤਮ ਸਾਹਾਂ ਤੱਕ ਸ਼ਹੀਦ ਹੋਏ। ਪਰ ਇਸ ਲੜਾਈ ਦਾ ਇੱਕ ਮੁਕਾਬਲਾ ਅਸੀਂ ਚਮਕੌਰ ਦੀ ਗੜ੍ਹੀ ਦੇ ਵਿੱਚ ਸਨ 1704 ਈਸਵੀ ਦੇ ਵਿੱਚ ਉਸ ਲੜਾਈ ਦੇ ਨਾਲ ਵੀ ਕਰ ਸਕਦੇ ਹਾਂ ਅਤੇ ਉਹ ਲੜਾਈ ਜਿਸ ਦੇ ਵਿੱਚ ਦਸਮ ਪਾਤਸ਼ਾਹ ਜੀ ਦੇ ਨਾਲ ਸਿਰਫ 40 ਗਿਣਤੀ ਦੇ ਸਿੱਖ ਸਨ ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਮੁਗਲਿਆ ਫੌਜ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾਇਆ ਹੋਇਆ ਸੀ ਅਤੇ ਇੰਨੀ ਅਸਾਮੀ ਲੜਾਈ ਦੇ ਵਿੱਚ ਇੱਕ ਵੀ ਸਿੱਖ ਨੇ ਪੈਰ ਪਿੱਛੇ ਨਹੀਂ ਹਟਾਇਆ ਅਤੇ ਹੱਸਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਅਤੇ ਉਸ ਦੇ ਵਿੱਚ ਵੀ ਸਾਰੇ ਦੇ ਸਾਰੇ ਸਿੱਖ ਸ਼ਹੀਦ ਹੋਏ ਜਾਂ ਉਹਨਾਂ ਨੇ ਲੜਾਈ ਨੂੰ ਜਿੱਤਿਆ। ਜਿੱਤਣ ਤੋਂ ਮੇਰਾ ਭਾਵ ਹੈ ਕਿ ਉਹਨਾਂ ਨੇ ਪਿੱਠ ਨਹੀਂ ਦਿਖਾਈ ਅਤੇ ਦਸਮ ਪਾਤਸ਼ਾਹ ਕੁਝ ਸਿੱਖਾਂ ਦੇ ਨਾਲ ਚਮਕੌਰ ਦੀ ਗੜ੍ਹੀ ਦੇ ਵਿੱਚੋਂ ਸੁਰੱਖਿਅਤ ਘੇਰੇ ਦੇ ਵਿੱਚੋਂ ਬਾਹਰ ਵੀ ਨਿਕਲ ਗਏ ਅਤੇ ਰਹਿੰਦੇ ਸਿੱਖਾਂ ਨੇ ਪੁਰਜਾ ਕੱਟ ਹੋ ਕੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਨੇ ਵੀ ਉਸ ਲੜਾਈ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ। ਸੋ ਇਹ ਬਹਾਦਰੀ ਦੀਆਂ ਲਾਮਿਸਾਲ ਕਹਾਣੀਆਂ ਹਨ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ, ਬੜੀ ਬਦਕਿਸਮਤੀ ਦੀ ਗੱਲ ਹੈ। ਸਾਨੂੰ ਸਾਡੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਬਹਾਦਰ ਸੂਰਬੀਰਾਂ ਨੇ ਔਰ ਸਾਡੇ ਉਹਨਾਂ ਸਿਪਾਹੀਆਂ ਨੇ ਜਿਨ੍ਹਾਂ ਦੇ ਉੱਤੇ ਸਿੱਖਾਂ ਨੂੰ ਸਦਾ ਮਾਣ ਰਹੇਗਾ ਇੰਨੀ ਗਲੋਰੀਅਸ ਇੰਨੀ ਸ਼ਾਨਦਾਰ ਹਿਸਟਰੀ ਦਾ ਨਿਰਮਾਣ ਕੀਤਾ ਕਿ ਉਹਨਾਂ ਨੇ ਤਾਂ ਹਿਸਟਰੀ ਦਾ ਨਿਰਮਾਣ ਕੀਤਾ ਲੇਕਿਨ ਸਾਨੂੰ ਪਤਾ ਹੀ ਨਹੀਂ। ਔਰ ਕਿਤਨੀ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਲਈ ਕੋਈ ਚੀਜ਼ ਨਿਰਮਾਣ ਕਿਸੇ ਚੀਜ਼ ਦਾ ਹੋਇਆ ਹੋਵੇ ਤੇ ਸਾਨੂੰ ਉਹਦਾ ਪਤਾ ਹੀ ਨਾ ਹੋਵੇ ਤੇ ਕਿੰਨੀ ਅਣਗਹਿਲੀ ਦੀ ਗੱਲ ਹੈ। ਸੋ ਸਾਨੂੰ ਸਾਰਿਆਂ ਨੂੰ ਮੈਂ ਇਸੇ ਕਰਕੇ ਇਹ ਅਪੀਲ ਕਰ ਰਿਹਾ, ਇਹ ਰਿਕਾਰਡਿੰਗ ਕਰ ਰਿਹਾ ਅਤੇ ਮੇਰਾ ਯਤਨ ਹੈ ਕਿ ਮੈਂ ਇਤਿਹਾਸ ਦੇ ਉਹ ਅਹਿਮ ਕਾਂਡ ਮੈਂ ਤੁਹਾਡੇ ਨਾਲ ਸਮੇਂ-ਸਮੇਂ ਸਾਂਝੇ ਕਰਦਾ ਰਹਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਨਹੀਂ ਹੈ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇਹ ਸਾਰਾਗੜ੍ਹੀ ਦਾ ਇਹ ਸਾਕਾ
ਇਹ ਸਾਰਾਗੜੀ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਇਹ ਇਲਾਕਾ ਹੈ ਅਤੇ ਫਰਾਂਸ ਦੇ ਵਿੱਚ ਅਤੇ ਅੰਗਰੇਜ਼ਾਂ ਦੇ ਹੋਰ ਕਈ ਜਿੱਥੇ ਅੰਗਰੇਜ਼ਾਂ ਦਾ ਰਾਜ ਸੀ ਉੱਥੇ ਇਸ ਦਿਨ ਦੀ ਬਹੁਤ ਦੇਰ ਤੱਕ ਛੁੱਟੀ ਮਨਾਈ ਜਾਂਦੀ ਸੀ। ਇਸ ਦਿਨ ਨੂੰ ਸਾਰਾਗੜੀ ਡੇ ਕਰਕੇ ਜਾਣਿਆ ਜਾਂਦਾ ਸੀ ਅਤੇ ਅੰਗਰੇਜ਼ ਇਹ ਛੁੱਟੀ ਕਰਦੇ ਸਨ। ਪਰ ਅੱਜ ਸਾਡੇ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਇਸ ਦਿਨ ਦੀ ਮਹੱਤਤਾ ਨੂੰ ਬਿਲਕੁਲ ਨਕਾਰ ਦਿੱਤਾ ਗਿਆ ਹੈ ਅਤੇ ਸਾਨੂੰ ਸਿੱਖਾਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ। ਇਹ ਸਾਡੇ ਲਈ ਬੜੀ ਸ਼ਰਮਨਾਕ ਗੱਲ ਹੈ। ਸਾਨੂੰ ਸਾਰਿਆਂ ਨੂੰ ਇਹੋ ਜਿਹੀਆਂ ਬਹਾਦਰੀ ਦੀਆਂ ਲਾਮਸਾਲ ਕੁਰਬਾਨੀਆਂ ਦਾ ਇਹ ਇਤਿਹਾਸ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇਹਨਾਂ ਕਹਿੰਦਾ ਹੋਇਆ ਹੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।